हम अवगुण भरे एक, गुण नाही अमृत छाड़ बिख बिख खाई। माया मोह परम पै भूले, सुतधारा स्यों प्रीत लगाई। उत्तम पंथ सुन्यो गुर संगत, देह मिलंत जम त्रास मिटाई। एक अरदास पाठ कीरत की, गुर रामदास राखो सरणाई। सुख हो टल गुर सेविया, अहनिस सहज सुभाए। दर्शन परसै गुरु का, जन्म मरण दुख जाए। होवै सिफत खसंदी, नूर अरसों कुरसों चटिया। तुद डिठे सच्चे पातशाह, माल जन्म जन्म दी कटिया। सज्जन सच्चा पातशाह, सिर साहांद जिस पास बैठिया सोहिया, सबना दा वेसा। सतनाम श्री वाहिगुरु साहिब जी। सूही महला चौथा, जिनका अंतर वसया मेरा हर हर, तिनके सब रोग गवाए। ते मुकत भये जिन हर नाम ध्याया, तिन पवित परम पद पाए। जिनका अंतर वसया मेरा हर हर, तिनके सब रोग गवाए। ते मुकत भये जिन हर नाम ध्याया, तिन पवित परम पद पाए। मेरे राम हर जन आरोग भये, गुर बचनी जिना जपया मेरा हर हर, तिनके होमै रोग गए। रहाओ ब्रह्मा बिष्णु महादेव त्रै गुण रोगी, विच हमै कार कमाई। जिन किए तिसै न चित बपुड़े, हर गुरमुख सुझी पाई। हमै रोग सब जगत व्यापया, तिनको जन्म मरण दुख भारी। गुर प्रसादी को बिरला छूटा, तिस जन को हों बलिहारी। जिन सिसट साजी सोई हर जाना, ताका रूप अपारो। नानक आपे वेख हर बिगसा,
ਗੁਰਮੁਖ ਬ੍ਰਹਮ ਵਿਚਾਰੋ, ਜਿਨ ਸਿਸਟ ਸਾਜੀ ਸੋਈ ਹਰ ਜਾਣੈ, ਤਾ ਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰੂ ਜੀ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ ਚ ਸਜੇ ਹੋਏ ਅੰਮ੍ਰਿਤ ਵੇਲੇ ਦੇ ਸੱਚਖੰਡ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ ਔਰ ਸਾਕਾ ਨਨਕਾਣਾ ਸਾਹਿਬ ਜੀ ਦੇ ਸ਼ਹੀਦਾਂ ਨੂੰ ਨਤਮਸਤਕ ਹੋ ਰਹੇ ਹੋ, ਕੋਟੀ ਕੋਟੀ ਪ੍ਰਣਾਮ ਕਰ ਰਹੇ ਹੋ। ਅੱਜ ਪੂਰੇ 100 ਸਾਲ ਹੋ ਗਏ ਨੇ, ਸ਼ਤਾਬਦੀ ਹੈ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ। ਇਸ ਵਕਤ ਗੁਰਦੁਆਰਾ ਸੁਧਾਰ ਲਹਿਰ ਚੱਲੀ ਹੈ, ਉਸ ਵਕਤ ਨਨਕਾਣਾ ਸਾਹਿਬ ਵਿਖੇ ਜਿਸ ਨੂੰ ਆਮ ਲਫ਼ਜ਼ਾਂ ਵਿੱਚ ਅੱਜ ਕੱਲ੍ਹ ਛੋਟੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਨਰੈਣੂ, ਇਹ ਨਨਕਾਣਾ ਸਾਹਿਬ ਦਾ ਮਹੰਤ ਸੀ। ਕੁਝ ਕੁ ਗੁੰਡੇ ਭੈੜੀ ਬਿਰਤੀ ਵਾਲੇ ਦੇ ਨਾਲ ਰਹਿੰਦੇ ਸਨ। ਨਨਕਾਣਾ ਸਾਹਿਬ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਸੀ। ਗੁਰਸਿੱਖਾਂ ਦੀ ਆਸਥਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਸਥਾਨ ਹੈ, ਤਾਂ ਉੱਥੇ ਇਆਸ਼ੀ ਦੀਆਂ ਬਿਰਤੀਆਂ, ਸ਼ਰਾਬਾਂ ਪੀਣੀਆਂ, ਇਹੋ ਜਿਹੀਆਂ ਭੈੜੀਆਂ ਬਦ ਫੈਲੀਆਂ ਕਰਨੀਆਂ ਇਹਨਾਂ ਦਾ ਸੁਭਾਅ ਬਣ ਚੁੱਕਾ ਸੀ। ਆਈਆਂ ਹੋਈਆਂ ਧੀਆਂ ਭੈਣਾਂ ਦੀ ਛੇੜਖਾਨੀ ਕਰਨੀ, ਇਸ ਗੱਲ ਦਾ ਵਿਰੋਧ ਉਸ ਵੇਲੇ ਕੁਝ ਸਿੱਖਾਂ ਨੇ ਕੀਤਾ, ਜਿਹਦੇ ਚੋਂ ਭਾਈ ਟਹਿਲ ਸਿੰਘ ਜੀ, ਭਾਈ ਲਛਮਣ ਸਿੰਘ ਜੀ ਧਾਰੋਵਾਲੀ, ਜਿਨ੍ਹਾਂ ਨੇ ਖੰਡਨ ਕੀਤਾ ਕਿ ਐਸਾ ਗੁਰੂ ਘਰਾਂ 'ਚ ਨਹੀਂ ਹੋਣਾ ਚਾਹੀਦਾ। ਨਨਕਾਣਾ ਸਾਹਿਬ ਜੀ ਦਾ ਪ੍ਰਬੰਧ ਆਪਣੇ ਹੱਥ 'ਚ ਲੈਣ ਲਈ ਸੰਗਤ ਨੇ ਯਤਨ ਕੀਤਾ। ਅਰਦਾਸ ਕਰਕੇ ਸ੍ਰੀ ਨਨਕਾਣਾ ਸਾਹਿਬ ਨੂੰ ਚੱਲ ਪਏ। ਤਕਰੀਬਨ 200 ਤੋਂ ਕੁਝ ਵੱਧ ਸੰਗਤ ਸੀ ਜਿਹੜੀ ਨਨਕਾਣਾ ਸਾਹਿਬ ਪਹੁੰਚੀ। ਅੱਗੇ ਨਰੈਣ ਦਾਸ ਨੇ, ਨਰੈਣੂ ਨੇ ਤਕਰੀਬਨ 400 ਬਦਮਾਸ਼ ਜਿਹੜੇ ਤਨਖਾਹ ਤੇ ਪੈਸੇ ਦੇ ਕੇ ਦਿਹਾੜੀ ਤੇ ਆਪਣੇ ਕੋਲ ਰੱਖ ਲਏ। ਅੰਗਰੇਜ਼ਾਂ ਦੀ ਸਰਕਾਰ ਸੀ, ਉਹਦੇ ਨਾਲ ਵੀ ਇਹਦਾ ਤਾਲਮੇਲ ਸੀ। ਹਾਲਾਂਕਿ ਪਹਿਲਾਂ ਪੰਥ ਨੇ ਕਈ ਮੌਕੇ ਵੀ ਇਹਨੂੰ ਦਿੱਤੇ ਕਿ ਆਪਾਂ ਬਹਿ ਕੇ ਵਿਚਾਰ ਕਰੀਏ। ਇਹਨੇ ਕਿਹਾ ਵੀ ਕਿ ਮੈਂ ਪੰਥ ਦੇ ਅਧੀਨ ਹੋ ਕੇ ਚੱਲਾਂਗਾ। ਕਈ ਥਾਵਾਂ ਤੇ ਮੀਟਿੰਗਾਂ ਰੱਖੀਆਂ ਗਈਆਂ ਪਰ ਉੱਥੇ ਪਹੁੰਚਿਆ ਨਹੀਂ। ਚਾਰ 400 ਗੁੰਡੇ ਨੇ ਆਪਣੇ ਕੋਲ ਰੱਖ ਲਏ, ਉਹਨਾਂ ਨੂੰ ਸ਼ਸਤਰ ਦੇ ਦਿੱਤੇ, ਬੰਦੂਕਾਂ, ਬਰਛੇ, ਡਾਂਗਾਂ। ਇੱਧਰੋਂ ਜਦੋਂ ਸੰਗਤ ਨਨਕਾਣਾ ਸਾਹਿਬ ਆਉਣ ਲੱਗੀ, ਡਿਉੜੀ ਦੇ ਕੋਲ ਪਹੁੰਚੇ, ਡਿਉੜੀ ਦਾ ਦਰਵਾਜ਼ਾ ਬੰਦ ਕੀਤਾ ਗਿਆ।
ਤਾਨੇ ਬਾਏ ਦੇ ਗੁੰਡਿਆਂ ਨੇ ਡਾਂਗਾਂ ਨਾਲ ਹੋਰ ਸ਼ਸਤਰਾਂ ਦੇ ਨਾਲ ਸੰਗਤ ਦੇ ਉੱਤੇ ਹਮਲਾ ਕਰ ਦਿੱਤਾ ਔਰ ਤਕਰੀਬਨ ਤੜਫ ਹੀ ਰਹੇ ਸਨ। ਸਰੀਰ ਚੋਂ ਬਹੁਤਿਆਂ ਦੇ ਪ੍ਰਾਣ ਨਹੀਂ ਸਨ ਨਿਕਲੇ, ਜਿਉਂਦਿਆਂ ਨੂੰ ਅੰਗੀਠੇ 'ਚ ਚਿਣ ਕੇ ਸਾੜ ਦਿੱਤਾ ਗਿਆ। ਭਾਈ ਲਛਮਣ ਸਿੰਘ ਜੀ ਬੇਹੋਸ਼ੀ ਦੀ ਹਾਲਤ ਵਿੱਚ ਸਨ, ਜ਼ਖਮੀ ਸਨ। ਉਹਨਾਂ ਨੂੰ ਜਿਉਂਦਾ ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ। ਇਸ ਤਰ੍ਹਾਂ ਤਕਰੀਬਨ 200 ਸਿੱਖ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ, ਪਰ ਇਹਨਾਂ ਦੀ ਸ਼ਹਾਦਤ ਅਜਾਈ ਨਹੀਂ ਗਈ। ਬਾਅਦ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਪੰਥ ਕੋਲ, ਸੰਗਤ ਕੋਲ ਆ ਗਿਆ। ਉਹ ਸਾਕਾ ਨਨਕਾਣਾ ਸਾਹਿਬ ਦੇ ਜਿਹੜੇ ਸ਼ਹੀਦ ਹਨ, ਅੱਜ ਉਹਨਾਂ ਦਾ 100 ਸਾਲਾ ਸ਼ਹੀਦੀ ਦਿਹਾੜਾ ਹੈ। ਉਹਨਾਂ ਸਮੇਂ ਉਹ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ, ਨਮਸਕਾਰ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ। ਆਓ ਗੁਰਦੇਵ ਦੇ ਪਾਵਨ ਪਵਿੱਤਰ ਹੁਕਮਨਾਮੇ ਨੂੰ ਆਪਾਂ ਰਲ ਮਿਲ ਕੇ ਵਿਚਾਰੀਏ। ਜੈਤੋ ਦੇ ਮੋਰਚੇ ਦਾ ਵੀ ਅੱਜ ਦਾ ਹੀ ਦਿਨ ਹੈ। ਗੁਰਦੁਆਰਾ ਗੰਗਸਰ ਸਾਹਿਬ ਵਿਖੇ ਉੱਥੇ ਵੀ ਸਿੱਖਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ ਕਰਨੀ ਸੀ। ਅਖੰਡ ਪਾਠ ਸਾਹਿਬ ਇੱਕ ਵਾਰੀ ਪਹਿਲਾਂ ਖੰਡਨ ਕਰ ਦਿੱਤਾ ਗਿਆ, ਮੁੜ ਕੇ ਉੱਥੇ ਵੀ ਕਾਫੀ ਸ਼ਹੀਦੀ ਜਥੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਂਦੇ ਰਹੇ। ਅਖੀਰ ਨੂੰ ਸ੍ਰੀ ਜੈਤੋ ਸਾਹਿਬ ਵਿਖੇ, ਜਿੱਥੇ ਕਲਗੀਧਰ ਦਾ ਸਥਾਨ, ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ, ਉੱਥੇ ਸੰਗਤ ਨੇ ਆਪਣਾ ਪ੍ਰਬੰਧ ਕਰ ਲਿਆ। ਜੈਤੋ ਦੇ ਮੋਰਚੇ ਦੇ ਵੀ ਉਹਨਾਂ ਮਹਾਨ ਸੂਰਬੀਰਾਂ ਨੂੰ ਨਮਸਕਾਰ ਹੈ। ਅੰਮ੍ਰਿਤ ਵੇਲੇ ਜੋ ਗੁਰਦੇਵ ਨੇ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਆਪਾਂ ਵਿਚਾਰਨਾ। ਹਾਲਾਂਕਿ ਨਰੈਣੂ ਮਹੰਤ ਜਿਹੜਾ ਸੀ, ਇਹ ਉਦਾਸੀਆਂ ਦੇ ਸੰਪਰਦਾ ਵਿੱਚੋਂ ਸੀ। ਉਦਾਸੀ ਸੰਪਰਦਾ ਦਾ ਇੱਕ ਵੱਡਾ ਨੁਕਸਾਨ ਉਸ ਵੇਲੇ ਇਸ ਕਰਕੇ ਹੋਇਆ ਕਿਉਂਕਿ ਏਦਾਂ ਦੇ ਇੱਕਾ ਦੁੱਕਾ ਬੰਦੇ ਜਿਹੜੇ ਸਨ, ਉਹਨਾਂ ਦੀਆਂ ਬਿਰਤੀਆਂ ਮਾੜੀਆਂ ਸੀ, ਪਰ ਉਹਦਾ ਹਰਜਾਨਾ ਸਾਰੀ ਉਦਾਸੀ ਸੰਪਰਦਾ ਨੂੰ ਭੁਗਤਣਾ ਪਿਆ। ਉਦਾਸੀ ਸੰਪਰਦਾ ਦੇ ਜਿਤਨੇ ਮਹਾਤਮਾ ਸਨ, ਜਿਨ੍ਹਾਂ ਨੇ ਪੰਥ ਦਾ ਬੜਾ ਪ੍ਰਚਾਰ ਪ੍ਰਸਾਰ ਕੀਤਾ, ਉਹਨਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਕਿਸੇ ਵੀ ਸੰਸਥਾ ਦੇ ਵਿੱਚ, ਚਾਹੇ ਕੋਈ ਵੀ ਸੰਸਥਾ ਹੈ, ਇੱਕਾ ਦੁੱਕਾ ਬੰਦੇ ਮਾੜੇ ਹੋ ਸਕਦੇ ਨੇ, ਪੂਰੀ ਸੰਸਥਾ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ, ਪੂਰੀ ਸੰਪਰਦਾ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ। ਪਰ ਉਦਾਸੀਆਂ ਨਾਲ ਵੀ ਬਾਅਦ ਵਿੱਚ ਵਿਤਕਰਾ ਜਿਹੜਾ ਹੈ ਉਹ ਸਿੱਖ ਪੰਥ 'ਚ ਹੋਇਆ। ਹੁਣ ਜਾਗਰਤੀ ਆ ਗਈ ਹੈ। ਉਦਾਸੀ ਮਹਾਂਪੁਰਸ਼ ਸੰਪਰਦਾ ਦੇ ਜਿਹੜੇ ਮਹਾਤਮਾ ਹਨ, ਉਹਨਾਂ ਦਾ ਸਤਿਕਾਰ ਪੰਥ ਵਿੱਚ ਬਣ ਰਿਹਾ ਹੈ। ਪੰਜਾਬ ਦੇ ਵਿੱਚ ਜਿਹੜੇ ਉਦਾਸੀ ਮਹਾਤਮਾ ਨੇ, ਉਹ ਤਾਂ ਗੁਰੂ ਘਰ ਨਾਲ ਜੁੜੇ ਹੋਏ ਨੇ। ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਦੇ ਵਿੱਚ ਜਿਹੜੇ ਉਦਾਸੀ ਮਹਾਤਮਾ ਨੇ, ਉਹ ਤਕਰੀਬਨ ਸਿੱਖ ਪੰਥ ਨਾਲੋਂ ਬਹੁਤ ਦੂਰ ਚਲੇ ਗਏ ਨੇ। ਔਰ ਇਹਦਾ ਇੱਕ ਵੱਡਾ ਨੁਕਸਾਨ ਵੀ ਹੈ। ਸਾਰੇ ਪੰਥ ਨੂੰ ਇਕਜੁੱਟ ਕਰਨਾ ਚਾਹੀਦਾ ਹੈ। ਸਾਰੀਆਂ ਸੰਪਰਦਾਵਾਂ, ਪੁਰਾਤਨ ਸੰਪਰਦਾਵਾਂ ਨੇ, ਸਾਰਿਆਂ ਨੂੰ ਇੱਕ ਕੜਾਵੇਂ ਵਿੱਚ ਲੈਣਾ ਚਾਹੀਦਾ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਹ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਸ਼ਬਦ ਨੂੰ ਰਲ ਮਿਲ ਕੇ ਵਿਚਾਰੀਏ, ਇਕਾਗਰਤਾ ਬਣਾਉਣ ਨਿਮਿਤ ਆਖੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ
ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਰਾਗ ਸੂਹੀ ਚ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਦੇ ਅੰਦਰ ਮੇਰਾ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਵਸਦਾ ਹੈ। ਜਿਨ੍ਹਾਂ ਦੇ ਅੰਦਰ ਵਸਦਾ ਤਾਂ ਸਭ ਅੰਦਰ ਹੈ, ਪਰ ਜਿਨ੍ਹਾਂ ਦੇ ਅੰਦਰ ਸਾਖਸ਼ਾਤਕਾਰ ਹੁੰਦਾ, ਪ੍ਰਗਟ ਹੁੰਦਾ ਹੈ, ਉਹਨਾਂ ਦੇ ਸਾਰੇ ਰੋਗ ਵਾਹਿਗੁਰੂ ਜੀ ਪਰਮੇਸ਼ਰ ਜੀ ਗਵਾ ਦਿੰਦੇ ਨੇ। ਤਿਨਕੇ ਸਭ ਰੋਗ ਗਵਾਏ, ਉਹਨਾਂ ਦੇ ਸਾਰੇ ਰੋਗ ਗਵਾ ਦਿੰਦੇ ਨੇ। ਤਨ ਦੇ ਰੋਗ ਹਨ, ਮਨ ਦੇ ਵੀ ਰੋਗ ਹੁੰਦੇ ਆ। ਤੋ ਜਿਹੜੇ ਮਨ ਦੇ ਰੋਗ ਨੇ ਉਹ ਬੜੇ ਗਹਿਰੇ ਨੇ, ਉਹਨਾਂ ਰੋਗਾਂ ਤੱਕ ਸਾਡੀ ਪਹੁੰਚ ਨਹੀਂ ਹੁੰਦੀ, ਪਕੜ ਨਹੀਂ ਹੁੰਦੀ, ਕਿਉਂਕਿ ਸੂਖਸ਼ਮ ਨੇ। ਅਸੀਂ ਸਥੂਲ ਮੰਡਲ ਦੇ ਵਿੱਚ ਰਹਿਣ ਕਰਕੇ ਸਥੂਲ ਵਰਤਾਰੇ ਤੱਕ ਸਾਡੀ ਪਹੁੰਚ ਹੁੰਦੀ ਹੈ, ਸੂਖਮ ਤੱਕ ਨਹੀਂ। ਜਦੋਂ ਕੋਈ ਸਾਧਕ ਆਪਣੇ ਅੰਦਰ ਸਾਧਨਾ ਕਰਕੇ ਝਾਤੀ ਮਾਰਦਾ ਹੈ ਤਾਂ ਉਹਨੂੰ ਆਪਣੇ ਅੰਦਰ ਦੇ ਉਹ ਸਾਰੇ ਰੋਗ ਦਿਸਣ ਲੱਗ ਪੈਂਦੇ ਆ ਕਿ ਮੇਰੇ ਅੰਦਰ ਈਰਖਾ ਵੀ ਹੈ, ਦਵੈਸ਼ ਵੀ ਹੈ, ਕਿਸੇ ਦਾ ਪ੍ਰਤਾਪ ਵੇਖ ਕੇ ਮੇਰਾ ਹਿਰਦਾ ਸੜਦਾ ਹੈ। ਇਹ ਸਾਰੇ ਰੋਗ ਨੇ। ਕਾਮੀ ਵੀ ਹੈ, ਕ੍ਰੋਧੀ ਵੀ ਹੈ, ਲੋਭੀ ਵੀ ਹੈ, ਹੰਕਾਰੀ ਵੀ ਹੈ। ਇਹ ਸਾਰੇ ਰੋਗ ਨੇ। ਹੁਣ ਇਹ ਸਾਰੇ ਰੋਗ ਉਦੋਂ ਦੂਰ ਹੁੰਦੇ ਨੇ ਜਦੋਂ ਹਿਰਦੇ 'ਚ ਪ੍ਰਮਾਤਮਾ ਦਾ ਸਰੂਪ ਸਾਖਸ਼ਾਤਕਾਰ ਹੋ ਜਾਏ, ਫਿਰ ਇਹ ਰੋਗ ਚਲੇ ਜਾਂਦੇ। ਫਿਰ ਇਹਨਾਂ ਸਾਰੇ ਰੋਗਾਂ ਦੀ ਨਿਵਰਤੀ ਹੋ ਜਾਂਦੀ ਹੈ। ਤਿਨਾਂ ਦੇ ਸਾਰੇ ਰੋਗ ਗਵਾਏ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਵਸਦਾ। ਅਕਸਰ ਕਈਆਂ ਨੂੰ ਸੁਣੀਦਾ ਹੈ, ਕਹਿੰਦੇ ਜੀ ਅਸੀਂ ਕਦੇ ਹਉਮੈ ਹੀ ਨਹੀਂ ਕੀਤੀ ਜੀ, ਅਸੀਂ ਕਦੇ ਹੰਕਾਰ ਨਹੀਂ ਕਰਦੇ, ਸਾਡੇ ਕੋਲ ਆ ਗੁਣ ਹੈ, ਸਾਡੇ ਕੋਲ ਆ ਵਸਤੂ ਹੈ, ਮੈਂ ਕਦੇ ਮਾਣ ਨਹੀਂ ਕੀਤਾ, ਕਦੇ ਹੰਕਾਰ ਨਹੀਂ ਕੀਤਾ। ਕਹਿ ਦਿੰਦੇ ਆ ਨਾ ਆਪਾਂ ਕਿ ਜੀ ਸਾਨੂੰ ਵਾਹਿਗੁਰੂ ਨੇ ਇਹ ਵੀ ਕੁਝ ਦਿੱਤਾ, ਆ ਵੀ ਦਾਨ ਦਿੱਤਾ, ਇਹ ਵੀ ਵਸਤੂ ਹੈ, ਪਰ ਅਸੀਂ ਕਦੇ ਮਾਣ ਨਹੀਂ ਕੀਤਾ, ਅਸੀਂ ਕਦੇ ਹੰਕਾਰ ਨਹੀਂ ਕੀਤਾ। ਜਦੋਂ ਇਹ ਕਹਿ ਰਹੇ ਹੁੰਨੇ ਆ ਵੀ ਅਸੀਂ ਕਦੇ ਮਾਣ ਨਹੀਂ ਕੀਤਾ ਜਾਂ ਅਸੀਂ ਕਦੇ ਹੰਕਾਰ ਨਹੀਂ ਕੀਤਾ, ਇਹ ਵੀ ਤਾਂ ਇੱਕ ਪ੍ਰਕਾਰ ਦਾ ਹੰਕਾਰ ਹੀ ਹੈ ਨਾ, ਵੀ ਮੈਂ ਕਦੇ ਹੰਕਾਰ ਨਹੀਂ ਕੀਤਾ। ਹੈ ਤਾਂ ਇਹ ਵੀ ਹਉਮੈ ਹੀ ਹੈ ਨਾ। ਹਉਮੈ ਦੀ ਜਿਹੜੀ ਪਰਤ ਹੈ ਨਾ, ਇਹ ਹੋਰ ਸੂਖਮ ਹੁੰਦੀ ਚਲੀ ਜਾਂਦੀ ਹੈ, ਬਹੁਤ ਸੂਖਸ਼ਮ। ਕਈ ਵਾਰ ਇਤਨੀ ਸੂਖਸ਼ਮ ਹੁੰਦੀ ਹੈ ਵੀ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਹਉਮੈ ਕਰ ਰਿਹਾ। ਇੰਨੀ ਸੂਖਮ ਹੋ ਜਾਂਦੀ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੇ ਹਿਰਦੇ 'ਚ ਹਉਮੈ ਆ ਗਈ, ਹੰਕਾਰ ਆ ਗਿਆ। ਪਰ ਗੁਰੂ ਪਾਤਸ਼ਾਹ ਉਸ ਸੂਖਮ ਤੋਂ ਸੂਖਮ ਹਉਮੈ ਦੇ ਪਰਦੇ ਨੂੰ ਸਾਡੇ ਹਿਰਦੇ 'ਚੋਂ ਦੂਰ ਕਰਦੇ ਨੇ। ਸੂਖਸ਼ਮ ਤੋਂ ਸੂਖਸ਼ਮ ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਵਾਹਿਗੁਰੂ ਪਰਮੇਸ਼ਰ ਜੀ ਵਸਦੇ ਨੇ, ਤਿਨਾਂ ਦੇ ਹਿਰਦਿਆਂ 'ਚੋਂ ਇਹ ਸਾਰੇ ਰੋਗ ਨਿਰਵਿਰਤ ਹੋ ਜਾਂਦੇ ਹਨ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਉਹ ਜਨ ਮੁਕਤ ਹੋ ਜਾਂਦੇ ਨੇ, ਮੋਕਸ਼ ਨੂੰ ਪ੍ਰਾਪਤ ਹੋ ਜਾਂਦੇ ਨੇ ਜਿਨ੍ਹਾਂ ਨੇ ਹਰੀ ਦਾ ਨਾਮ ਧਿਆਇਆ ਹੈ। ਉਹ ਮੁਕਤ ਹੋ ਗਏ। ਕੋਈ ਆਖੇ ਕਿ ਮੁਕਤੀ ਮਰਨ ਤੋਂ ਬਾਅਦ ਮਿਲਦੀ ਹੈ, ਕਹਿੰਦੇ ਮਿਲਦੀ ਹੋਵੇਗੀ, ਪਰ ਗੁਰਸਿੱਖ ਤਾਂ ਨਾਮ ਜਪਦਾ ਜਿਉਂਦਿਆਂ ਜੀ ਮੁਕਤ ਹੈ। ਨਾਮ ਜਪਦੇ ਪਾਤਸ਼ਾਹ ਕਹਿੰਦੇ ਉਹ ਮੁਕਤ ਹੋ ਗਏ ਨੇ ਜਿਨ੍ਹਾਂ ਨੇ ਹਰੀ ਦਾ ਨਾਮ ਧਿਆਇਆ, ਔਰ ਤਿਨਾਂ ਨੂੰ ਪਵਿੱਤਰ ਤੇ ਪਰਮ ਪਦਵੀ ਪ੍ਰਾਪਤ ਹੋਈ ਹੈ। ਪਵਿੱਤਰ
ਔਰ ਪਰਮ ਪਦਵੀ, ਇਹ ਪਦਵੀ ਉਹਨਾਂ ਨੂੰ ਪ੍ਰਾਪਤ ਹੋਈ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ। ਮੇਰੇ RAM ਹਰ ਜਨ ਆਰੋਗ ਭਏ। ਇਹ ਮੇਰੇ RAM ਜਿਹੜੇ ਹਰੀ ਦੇ ਜਨ ਨੇ ਆਰੋਗ ਹੋ ਗਏ। ਆਰੋਗ, ਅਰੋਗ, ਰੋਗ ਤੋਂ ਰਹਿਤ ਹੋ ਗਏ। ਜਿਹੜੇ ਹਰੀ ਦੇ ਜਨ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਅੰਦਰ ਰੋਗ ਇਹ ਹੀ ਨਹੀਂ। ਰੋਗ ਸਭ ਤੋਂ ਵੱਡਾ ਅੱਗੇ ਦੱਸਣਾ ਵੀ ਹਉਮੈ ਹੀ ਰੋਗ ਹੈ ਸਭ ਤੋਂ ਵੱਡਾ। ਜਿੱਥੇ ਹਉਮੈ ਦਾ ਰੋਗ ਹੋਵੇ ਉੱਥੇ ਬਾਕੀ ਸਾਰੀਆਂ ਬਿਮਾਰੀਆਂ ਆ ਜਾਂਦੀਆਂ। ਇਹ ਸਾਰੇ ਰੋਗਾਂ ਨੂੰ ਖਿੱਚ ਲੈਂਦੀ ਹੈ, ਜੜ ਹੈ ਸਾਰੇ ਰੋਗਾਂ ਦੀ। ਤੋ ਜਦੋਂ ਹਰੀ ਦੇ ਜਨ ਵਾਹਿਗੁਰੂ ਨਾਲ ਜੁੜ ਕੇ ਹਰੀ ਰੂਪ ਹੋ ਗਏ ਤਾਂ ਉਹ ਅਰੋਗ ਹੋ ਗਏ, ਰੋਗ ਤੋਂ ਰਹਿਤ ਹੋ ਗਏ। ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨ ਕੇ ਹਉਮੈ ਰੋਗ ਗਏ। ਗੁਰੂ ਦੇ ਬਚਨਾਂ ਨਾਲ ਜਿਨ੍ਹਾਂ ਨੇ ਮੇਰੇ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਜਪਿਆ ਹੈ, ਗੁਰੂ ਦੇ ਬਚਨਾਂ ਦੁਆਰਾ ਜਿਨ੍ਹਾਂ ਨੇ ਹਰੀ ਨੂੰ ਜਪਿਆ, ਪਾਤਸ਼ਾਹ ਕਹਿੰਦੇ ਤਿਨਾਂ ਦੇ ਹਿਰਦੇ ਚੋਂ ਹੰਗਤਾ ਤੇ ਮਮਤਾ ਦੇ ਰੋਗ ਚਲੇ ਗਏ। ਤਿਨ ਕੇ ਹਉ ਮੈਂ ਰੋਗ ਗਏ। ਹਉ ਤੇ ਮੈਂ, ਇਹ ਦੋਵੇਂ, ਹੰਗਤਾ ਤੇ ਮਮਤਾ, ਇਹ ਮੈਂ ਹਾਂ ਇਹ ਮੇਰਾ ਹੈ, ਇਹਨੂੰ ਕਹਿੰਦੇ ਹੰਗਤਾ। ਮੈਂ ਇਹ ਹੰਗਤਾ ਹੈ, ਇਹ ਮੇਰਾ ਇਹ ਮਮਤਾ ਹੈ। ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੁਆਰਾ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਜਪਿਆ ਧਿਆਇਆ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਅੰਦਰੋਂ ਹੰਗਤਾ ਤੇ ਮਮਤਾ ਦੇ ਰੋਗ ਚਲੇ ਗਏ। ਰਹਾਉ ਬ੍ਰਹਮਾ ਬੇਸਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਬ੍ਰਹਮਾ, ਵਿਸ਼ਨੂੰ, ਮਹਾਦੇਵ, ਸ਼ਿਵ, ਤ੍ਰੈ ਗੁਣ ਰੋਗੀ। ਇਹਨਾਂ ਨੂੰ ਤਿੰਨ ਗੁਣਾਂ ਦਾ, ਇਹ ਤ੍ਰੈ ਗੁਣ ਰਜੋ ਤਮੋ ਸਤੋ ਵਿੱਚ ਨੇ ਨਾ, ਇਹ ਵੀ ਰੋਗੀ ਨੇ। ਇਹ ਕਿਉਂ ਰੋਗੀ ਨੇ? ਕਿਉਂਕਿ ਇਹ ਵੀ ਹਉਮੈ ਚ ਹੀ ਕਾਰ ਕਮਾ ਰਹੇ ਨੇ ਵੀ ਮੈਂ ਇਹ ਕੀਤਾ, ਮੈਂ ਰਜੋ ਗੁਣ ਦੁਆਰਾ ਸ੍ਰਿਸ਼ਟੀ ਸਾਜ ਰਿਹਾ ਹਾਂ, ਮੈਂ ਤਮੋ ਗੁਣ ਦੁਆਰਾ ਵਿਨਾਸ਼ ਕਰ ਰਿਹਾ, ਮੈਂ ਸਤੋ ਗੁਣ ਦੁਆਰਾ ਪਾਲਣਾ ਕਰ ਰਿਹਾ। ਮੈਂ ਤਾਂ ਇਹਨਾਂ ਅੰਦਰ ਵੀ ਹੈ। ਹਾਂਜੀ। ਜਿਨ ਕੀਏ ਤਿਸੈ ਨ ਚੇਤਾ ਬਪੜੇ, ਹਰ ਗੁਰਮੁਖ ਸੋਝੀ ਪਾਈ। ਜਿਸ ਵਾਹਿਗੁਰੂ ਨੇ ਇਹਨਾਂ ਨੂੰ ਕੀਤਾ ਹੈ ਉਹਨੂੰ ਚੇਤਦੇ ਨਹੀਂ, ਉਹਨੂੰ ਚੇਤਦੇ ਨਹੀਂ ਹਨ। ਸੰਸਾਰ ਦੇ ਮਨੁੱਖ ਵੇਖਦੇ ਨੇ ਕਿ ਪ੍ਰਮਾਤਮਾ ਨੇ ਸਭ ਕੁਝ ਪੈਦਾ ਕੀਤਾ, ਉਸਨੇ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਸਾਰੇ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਨੇ, ਪਰ ਫਿਰ ਵੀ ਸੰਸਾਰੀ ਵਿਚਾਰੇ ਮਨੁੱਖ ਉਸ ਰੱਬ ਨੂੰ ਨਹੀਂ ਚੇਤਦੇ ਜਿਹਨੇ ਸਾਰਿਆਂ ਨੂੰ ਪੈਦਾ ਕੀਤਾ। ਪਰ ਜਿਹੜੇ ਗੁਰਮੁਖ ਨੇ, ਗੁਰੂ ਵਾਲੇ ਨੇ, ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ, ਉਹਨਾਂ ਨੂੰ ਸਤਿਗੁਰਾਂ ਨੇ ਸੋਝੀ ਦੇ ਦਿੱਤੀ ਹੈ ਪਰਮੇਸ਼ਰ ਦੇ ਸਰੂਪ ਦੀ, ਉਹਨਾਂ ਨੂੰ ਜਣਾ ਦਿੱਤਾ ਹੈ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ। ਹਉਮੈ ਦਾ ਰੋਗ ਜਿਹੜਾ ਹੈ ਇਹ ਸਾਰੇ ਜਗਤ ਨੂੰ ਵਿਆਪਿਆ ਹੋਇਆ। ਹਉਮੈ ਦਾ ਰੋਗ ਸਾਰੇ ਜਗਤ ਨੂੰ ਵਿਆਪਿਆ ਹੋਇਆ, ਔਰ ਜਿਨ੍ਹਾਂ ਨੂੰ ਵਿਆਪਿਆ ਹੋਇਆ ਉਹੀ ਤਿਨਾਂ ਨੂੰ ਹੀ ਜਨਮ ਤੇ ਮਰਨ ਦਾ ਵੱਡਾ ਭਾਰਾ ਦੁੱਖ ਸਹਿਣਾ ਪੈਂਦਾ, ਜਿਨ੍ਹਾਂ ਨੂੰ ਹਉਮੈ ਦਾ ਰੋਗ ਲੱਗਾ ਹੋਇਆ। ਕਿਉਂਕਿ ਹਉਮੈ ਕਰਕੇ ਹੀ ਜੰਮਣਾ ਹੁੰਦਾ ਤੇ ਹਉਮੈ ਕਰਕੇ ਹੀ ਮਰਨਾ ਹੁੰਦਾ। ਜਨਮ ਤੇ ਮਰਨ ਹਉਮੈ ਕਰਕੇ ਹੀ ਹੈ। ਤੋ ਜਿਨ੍ਹਾਂ ਨੂੰ ਹਉਮੈ ਦਾ ਰੋਗ ਲੱਗਾ ਹੋਇਆ ਤਿਨਾਂ ਨੂੰ ਜਨਮ ਤੇ ਮਰਨ ਦਾ ਵੱਡਾ ਭਾਰੀ ਦੁੱਖ ਵਿਆਪਦਾ ਹੈ। ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਤਿਸ ਜਨ ਕੋ ਹਉ ਬਲਿਹਾਰੀ। ਜਿਨ੍ਹਾਂ ਤੇ ਗੁਰੂ ਦਾ ਪ੍ਰਸਾਦ, ਗੁਰੂ ਦੀ ਕਿਰਪਾ ਹੁੰਦੀ ਹੈ, ਕੋਈ ਵਿਰਲਾ ਹੈ
ਜਿਹੜਾ ਇਸ ਹਉਮੈ ਦੇ ਰੋਗ ਤੋਂ ਛੁੱਟਦਾ ਹੈ ਤੇ ਬਚਦਾ ਹੈ। ਕੋਈ ਵਿਰਲਾ ਜਿਸ ਤੇ ਗੁਰੂ ਦੀ ਕਿਰਪਾ ਹੋਵੇ, ਉਹ ਇਸ ਹਉਮੈ ਦੇ ਰੋਗ ਤੋਂ ਛੁੱਟ ਜਾਂਦਾ, ਮੁਕਤ ਹੋ ਜਾਂਦਾ। ਤੇ ਜਿਹੜਾ ਇਸ ਰੋਗ ਤੋਂ ਛੁੱਟ ਗਿਆ, ਮਹਾਰਾਜ ਜੀ ਕਹਿੰਦੇ ਮੈਂ ਤਿਸ ਜਨ ਤੋਂ, ਤਿਸ ਰੱਬ ਦੇ ਪਿਆਰੇ ਤੋਂ ਬਲਿਹਾਰ ਜਾਂਦਾ ਜਿਹਦੇ ਅੰਦਰੋਂ ਹਉਮੈ ਦਾ ਰੋਗ ਚਲਾ ਗਿਆ। ਤਿਸ ਜਨ ਤੋਂ ਬਲਿਹਾਰ ਜਾਂਦਾ, ਕਿਉਂਕਿ ਜਦੋਂ ਮੈਂ ਮੁੱਕਦੀ ਹੈ ਉਦੋਂ ਇਹਦੇ ਅੰਦਰ ਪਰਮੇਸ਼ਰ ਦਾ ਸਰੂਪ ਸਾਖਸ਼ਾਤਕਾਰ ਹੁੰਦਾ ਹੈ। ਤੇ ਜਿਨ੍ਹਾਂ ਅੰਦਰ ਰੱਬ ਦਾ ਸਰੂਪ ਸਾਖਸ਼ਾਤਕਾਰ ਹੋਇਆ, ਫਿਰ ਉਹ ਤਾਂ ਰੱਬ ਰੂਪ ਹੋ ਗਏ। ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਜਿਨ ਸਿਸਟ ਸਾਜੀ ਸੋਈ ਹਰ ਜਾਣੈ, ਤਾ ਕਾ ਰੂਪ ਪਾਰੋ। ਜਿਨ ਸਿਸ਼ਟ ਸਾਜੀ, ਜਿਸਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਇਹ ਸ੍ਰਿਸ਼ਟੀ ਵਾਹਿਗੁਰੂ ਦੀ ਬਣਾਈ, ਉਹੀ ਜਾਣਦਾ ਹੈ ਇਸ ਸਾਰੀ ਸ੍ਰਿਸ਼ਟੀ ਨੂੰ। ਜਿਸਨੇ ਬਣਾਇਆ ਉਹ ਇਹਦੇ ਸਾਰੇ ਭੇਦਾਂ ਨੂੰ, ਇਹਦੀਆਂ ਸਾਰੀਆਂ ਰਮਜਾਂ ਨੂੰ ਜਾਣੀ ਜਾਣ ਵਾਹਿਗੁਰੂ ਜਾਣਦਾ ਹੈ। ਔਰ ਉਸ ਅਕਾਲ ਪੁਰਖ ਪਰਮੇਸ਼ਰ ਦਾ ਜੋ ਰੂਪ ਹੈ ਉਹ ਅਪਾਰੋ ਪਾਰਾਵਾਰ ਤੋਂ ਰਹਿਤ ਹੈ। ਉਸ ਦੇ ਰੂਪ ਦਾ ਨਾ ਉਰਾਰਲਾ ਪਾਸਾ ਹੈ, ਨਾ ਕੋਈ ਪਾਰਲਾ ਪਾਸਾ ਹੈ। ਉਹ ਪਾਰਾਵਾਰ ਤੋਂ ਰਹਿਤ ਅਪਾਰ ਹੈ। ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਨੇ, ਵਾਹਿਗੁਰੂ ਆਪ ਹੀ ਵੇਖਦਾ ਹੈ ਤੇ ਵੇਖ ਕੇ ਫਿਰ ਆਪ ਹੀ ਵਿਗਸਦਾ ਹੈ। ਬਣਾ ਕੇ ਸਭ ਨੂੰ ਵੇਖਦਾ ਤੇ ਫਿਰ ਵਿਗਸਦਾ। ਪਰ ਕੋਈ ਵਿਰਲਾ ਹੈ ਗੁਰਮੁਖ ਜਿਹੜਾ ਇਸ ਦੀ ਵਿਚਾਰ ਕਰਦਾ, ਵੇਖ ਕੇ ਫਿਰ ਵਿਗਸਦਾ ਹੈ। ਆਪਣੀ ਬਣਾਈ ਰਚਨਾ ਨੂੰ ਕਰਕੇ ਬਣਾ ਕੇ ਫਿਰ ਵੇਖਦਾ ਹੈ ਤੇ ਫਿਰ ਵਿਗਸਦਾ ਵੀ ਹੈ, ਖੇੜੇ ਵਿੱਚ ਵੀ ਆਉਂਦਾ। ਪਰ ਉਸ ਦੇ ਸਰੂਪ ਨੂੰ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਵਿਚਾਰਦਾ ਹੈ।